प्यारे बच्चों, वेरी गुड आफ्टरनून। बच्चों अज असी रिवाइज करेंगे पार्ट 11 कसूर किसदा है। ये पार्ट बच्चों असी पहले भी किया होया है, पहले भी असी 2 बारी रिवाइज किया है। बच्चों अज असी फिर तो रिवाइज करांगे। इस पार्ट विच बच्चों लेखक ने वध रहे प्रदूषण तो चिंता का प्रगट किया है। इस नाल कई तरह के शरीरिक मानसिक बीमारियां वध रहीਆਂ ਹਨ ਤੇ इस दे जिम्मेवार असी खुद हाँ। ਜਿਹੜਾ भी बच्चों प्रदूषण है, चाहे ध्वनि प्रदूषण है, चाहे मिट्टी प्रदूषण है, हवा प्रदूषण है, जल प्रदूषण है, इसका जिम्मेवार कौन है? मनुख। मनुख अपने आप इस प्रदूषण ਨੂੰ पैदा कर रहा है तो इस प्रदूषण तो होने वाले रोग भी मनुख ਨੂੰ भी झेलने पै रहे हैं। इस पाठ विच लेखक ने दसिया है कि एक बलतेज मुंडा है कि जोड़ा पढ़न विच बड़ा हुशियार है तो शहर विच कई प्रोग्राम शहरी समागम ਅਤੇ ਵਿਆਹ ਸ਼ਾਦੀਆਂ ਦੇ ਕਾਰਨ ਉੱਚੀ ਆਵਾਜ਼ਾਂ ਵਿੱਚ ਲਾਊਡ ਸਪੀਕਰ ਦੇ ਕਾਰਨ ਉਹ ਆਪਣੀ ਪੜ੍ਹਾਈ ਨਹੀਂ ਕਰ ਸਕਦਾ ਤੇ ਇਸ ਲਈ ਉਹ ਆਪਣੇ ਮਾਮੇ ਦੇ ਘਰ ਚਲਾ ਜਾਂਦਾ ਹੈ। ਉਸ ਦਾ ਮਾਮਾ ਇੱਕ ਪਿੰਡ ਵਿੱਚ ਰਹਿੰਦਾ ਹੈ। ਜਦੋਂ ਉਹ ਆਪਣੇ ਮਾਮੇ ਦੇ ਪਿੰਡ ਜਾਂਦਾ ਹੈ ਉੱਥੇ ਜਾ ਕੇ ਵੀ ਉਹ ਨਿਰਾਸ਼ ਹੁੰਦਾ ਹੈ ਕਿ ਉੱਥੇ ਵੀ ਜਿਹੜੇ ਵੱਡੇ ਵੱਡੇ ਰੁੱਖ ਹਨ ਉਹ ਕੱਟੇ ਗਏ ਹਨ ਤੇ ਜਿਹੜਾ ਉਸ ਦਾ ਮਾਮਾ ਵੀ ਹੈ ਉਹ ਉੱਚੀ ਆਵਾਜ਼ ਵਿੱਚ ਟੇਪ ਰਿਕਾਰਡ ਚਲਾ ਕੇ ਗਾਣੇ ਸੁਣਦਾ ਹੈ। ਤੇ ਉੱਥੇ ਜਾ ਕੇ ਉਸ ਨੂੰ ਬੜਾ ਦੁੱਖ ਹੁੰਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਮਾਮੇ ਦੇ ਪਿੰਡਾਂ ਵਿੱਚ ਵੀ ਹੁਣ ਉਹੀ ਹਾਲ ਹੈ ਜਿਹੜਾ ਕਿ ਹਾਲ ਸ਼ਹਿਰਾਂ ਵਿੱਚ ਸੀ। ਇਹ ਹੈ ਬੱਚੋ ਇਸ ਪਾਠ ਦੀ ਕਹਾਣੀ, ਇਸ ਪਾਠ ਦੀ ਸ਼ੋਰਟ ਕਹਾਣੀ ਜਿਹੜੀ ਕਿ ਅਸੀਂ ਪਹਿਲਾਂ ਵੀ ਪੜ੍ਹੀ ਹੋਈ ਹੈ। ਹੁਣ ਬੱਚੋ ਅਸੀਂ ਰਿਵਾਈਜ਼ ਕਰਾਂਗੇ ਇਸ ਪਾਠ ਦੇ ਪ੍ਰਸ਼ਨ ਉੱਤਰ। ਕਸੂਰ ਕਿਸ ਦਾ ਹੈ ਕਹਾਣੀ। ਬਲਤੇਜ ਬੱਚੋ ਇਸ ਪਾਠ ਵਿੱਚੋਂ ਵੱਡੇ ਪ੍ਰਸ਼ਨ ਉੱਤਰ ਆਣੇ ਹਨ। ਕੀ ਆਣੇ ਹਨ ਬੱਚੋ? ਵੱਡੇ ਪ੍ਰਸ਼ਨ ਉੱਤਰ। ਬਲਤੇਜ ਕਿਹੋ ਜਿਹਾ ਮੁੰਡਾ ਸੀ? ਉਸ ਨੇ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਕਿਉਂ ਤੇ ਕਦੋਂ ਪੜ੍ਹਨ ਲਈ ਲਈਆਂ ਸਨ। ਇਸ ਉੱਤਰ ਕੀ ਹੈ ਬੱਚੋ? ਬਲਤੇਜ ਬੜਾ ਸਿਆਣਾ ਅਤੇ ਸਮਝਦਾਰ ਮੁੰਡਾ ਸੀ। ਉਸ ਨੂੰ ਸਕੂਲ ਵਿੱਚੋਂ 1 ਹਫ਼ਤੇ ਦੀਆਂ ਛੁੱਟੀਆਂ ਹੋ ਰਹੀਆਂ ਸਨ, ਇਸ ਲਈ ਉਸ ਨੇ ਲਾਇਬ੍ਰੇਰੀ ਵਿੱਚੋਂ 2 ਕਿਤਾਬਾਂ ਪੜ੍ਹਨ ਲਈ ਲਈਆਂ ਸਨ। ਬਲਤੇਜ ਬੜਾ ਸਿਆਣਾ ਅਤੇ ਸਮਝਦਾਰ ਮੁੰਡਾ ਸੀ। ਉਸ ਨੂੰ ਸਕੂਲ ਵਿੱਚੋਂ 1 ਹਫ਼ਤੇ ਦੀਆਂ ਛੁੱਟੀਆਂ ਹੋ ਰਹੀਆਂ ਸਨ, ਇਸ ਲਈ ਉਸਨੇ ਲਾਇਬ੍ਰੇਰੀ ਵਿੱਚੋਂ 2 ਕਿਤਾਬਾਂ ਪੜ੍ਹਨ ਲਈ ਲਈਆਂ ਸਨ। ਬਲਤੇਜ ਦੀ ਕਿਤਾਬ ਪੜ੍ਹਦੇ ਹੀ ਬਿਰਤੀ ਕਿਉਂ ਭੰਗ ਹੋ ਰਹੀ ਸੀ? ਬਲਤੇਜ ਦੀ ਕਿਤਾਬ ਪੜ੍ਹਦੇ ਹੀ ਬਿਰਤੀ ਕੀ ਹੁੰਦੀ ਹੈ? ਜਦੋਂ ਅਸੀਂ ਕੋਈ ਕੰਮ ਧਿਆਨ ਨਾਲ ਨਹੀਂ ਕਰ ਸਕਦੇ ਤੇ ਕੋਈ ਨਾ ਕੋਈ ਸਾਨੂੰ ਡਿਸਟਰਬ ਕਰਦਾ ਹੈ, ਤੰਗ ਕਰਦਾ ਹੈ, ਉਹ ਕੀ ਹੁੰਦੀ ਹੈ? ਬਿਰਤੀ ਭੰਗ ਹੋਣਾ। ਕਿਉਂਕਿ ਉਸ ਦੀ ਗੁਆਂਢ ਤੋਂ ਲਾਊਡ ਸਪੀਕਰਾਂ ਦੀ ਉੱਚੀ ਆਵਾਜ਼ਾਂ ਆ ਰਹੀਆਂ ਸਨ ਤੇ ਬਹੁਤ ਜ਼ਿਆਦਾ ਸ਼ੋਰ ਹੋ ਰਿਹਾ ਸੀ। ਕਿਉਂਕਿ ਉਸ ਦੀ ਗੁਆਂਢ ਤੋਂ ਲਾਊਡ ਸਪੀਕਰਾਂ ਦੀਆਂ ਉੱਚੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਉਹ ਬਹੁਤ ਸ਼ੋਰ ਹੋ ਰਿਹਾ ਸਨ। ਬਲਤੇਜ ਨਾਨਕੇ ਪਿੰਡ ਜਾ ਕੇ ਵੀ ਦੁਖੀ ਜਿਹਾ ਕਿਉਂ ਹੋ ਗਿਆ? ਬਲਤੇਜ ਨਾਨਕੇ ਪਿੰਡ ਜਾ ਕੇ ਵੀ ਦੁਖੀ ਜਿਹਾ ਕਿਉਂ ਹੋ ਗਿਆ? ਬਲਤੇਜ ਦਾ ਮਾਮਾ ਬੜੀ ਉੱਚੀ ਆਵਾਜ਼ ਨਾਲ ਟੇਪ ਰਿਕਾਰਡ ਵਿੱਚ ਗਾਣੇ ਸੁਣਦਾ ਸੀ। ਖੇਤਾਂ ਵਿੱਚ ਵੀ ਕਈ ਵੱਡੇ ਰੁੱਖ ਕੱਟੇ ਗਏ ਸਨ। ਇਹਨਾਂ ਕਾਰਨ ਬਲਤੇਜ ਨਾਨਕੇ ਪਿੰਡ ਜਾ ਕੇ ਵੀ ਦੁਖੀ ਜਿਹਾ ਹੋ ਗਿਆ। ਜਿਹੜਾ ਬੱਚੋ ਬਲਤੇਜ ਦਾ ਮਾਮਾ ਸੀ ਉਹ ਬੜੀ ਉੱਚੀ ਆਵਾਜ਼ ਵਿੱਚ ਟੇਪ ਰਿਕਾਰਡ ਵਿੱਚ ਗਾਣੇ ਸੁਣਦਾ ਸੀ ਤੇ ਖੇਤਾਂ ਵਿੱਚੋਂ ਕਈ ਵੱਡੇ ਰੁੱਖ ਵੀ ਕੱਟੇ ਗਏ ਸਨ। ਇਹਨਾਂ ਕਾਰਨ ਬਲਤੇਜ ਨਾਨਕੇ ਪਿੰਡ ਜਾ ਕੇ ਵੀ ਦੁਖੀ ਜਿਹਾ ਹੋ ਗਿਆ ਸੀ। ਬਲਤੇਜ ਦੇ ਮਾਮਾ ਜੀ ਉਸ ਦੀਆਂ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋਏ? ਜਦੋਂ ਬਲਤੇਜ ਨੇ ਆਪਣੇ ਮਾਮੇ ਨੂੰ ਕਿਹਾ ਕਿ ਉੱਚੀ ਆਵਾਜ਼ਾਂ ਨਾਲ ਟੇਪ ਰਿਕਾਰਡ ਦੇ ਗਾਣੇ ਸੁਣਨ ਨਾਲ ਸਾਡੀ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਹੈ ਤੇ ਸਾਨੂੰ ਉੱਚਾ ਸੁਣਨਾ ਲੱਗ ਜਾਂਦਾ ਹੈ, ਇਸ ਦੇ ਨਾਲ ਕਾਰਨ ਇਸ ਦੇ ਉੱਚੀਆਂ ਆਵਾਜ਼ਾਂ ਦੇ ਕਾਰਨ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ।
ਰੁੱਖਾਂ ਦੀ ਕਮੀ ਦੇ ਕਾਰਨ ਵੀ ਸ਼ੋਰ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ। ਬਲਤੇਜ ਦੀਆਂ ਇਹ ਗੱਲਾਂ ਸੁਣ ਕੇ ਉਸ ਦਾ ਮਾਮਾ ਉਸ ਤੋਂ ਪ੍ਰਭਾਵਿਤ ਹੋਇਆ। ਜਦੋਂ ਬਲਤੇਜ ਨੇ ਆਪਣੇ ਮਾਮੇ ਨੂੰ ਕਿਹਾ ਕਿ ਉੱਚੀ ਆਵਾਜ਼ ਨਾਲ ਟੇਪ ਰਿਕਾਰਡਸ ਵਿੱਚ ਗਾਣੇ ਸੁਣਨ ਨਾਲ ਸਾਡੀ ਸੁਣਨ ਸ਼ਕਤੀ ਕੀ ਹੋ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ ਅਤੇ ਸਾਨੂੰ ਉੱਚੀ ਸੁਣਨ ਲੱਗ ਪੈਂਦਾ ਹੈ। ਉੱਚੀਆਂ ਆਵਾਜ਼ਾਂ ਦੇ ਕਾਰਨ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ। ਰੁੱਖ ਦੀ ਕਮੀ ਦੇ ਕਾਰਨ ਵੀ ਸ਼ੋਰ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ। ਬਲਤੇਜ ਦੀਆਂ ਇਹ ਗੱਲਾਂ ਸੁਣ ਕੇ ਉਸ ਦਾ ਮਾਮਾ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ। ਇਹ ਸੀ ਬੱਚੋ ਇਸ ਪਾਠ ਦੀ ਪਾਠ 11 ਕਸੂਰ ਕਿਸ ਦਾ ਹੈ ਕਹਾਣੀ ਦੇ ਪ੍ਰਸ਼ਨ ਉੱਤਰ।